ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ-ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੀਂਹ ਕਿਤੇ ਨਹੀਂ ਪਿਆ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਗਰਮੀ ਸੀ। ਮੌਸਮ ਵਿਭਾਗ ਦੀ ਭਵਿੱਖਬਾਣੀ ਕਿ ਆਉਂਦੇ 24 ਘੰਟਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਕੱਲ੍ਹ ਤਾਂ ਸਹੀ ਸਾਬਤ ਨਹੀਂ ਹੋਈ, ਪਰ ਅੱਜ ਮੀਂਹ ਪੈਂਦਾ ਕਿ ਨਹੀਂ ਪੈਂਦਾ ਇਹ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ। ਮੌਸਮ ਵਿਭਾਗ ਦਾ ਇਹ ਕਹਿਣਾ ਕਿ ਮੌਨਸੂਨ ਪੌਣਾ ਜਿਹੜੀਆਂ ਉਹ ਹਾਲੇ ਰੰਗ ਦਿਖਾ ਸਕਦੀਆਂ। ਉਹਨਾਂ ਦਾ ਇਹ ਕਹਿਣਾ ਕਿ ਪੰਜਾਬ ਸਮੇਤ ਕੁਝ ਕੁ ਹੋਰ ਸੂਬੇ ਜਿਹੜੇ ਖਾਸ ਕਰਕੇ ਹਿਮਾਚਲ, ਹਰਿਆਣਾ, ਦਿੱਲੀ ਤੇ ਆਲੇ ਦੁਆਲੇ ਦੇ ਹੋਰ ਖੇਤਰ ਆ ਜਿਹੜੇ ਉਹਨਾਂ ਦੇ ਵਿੱਚ ਮੀਂਹ ਰੁਕ ਰੁਕ ਕੇ ਪੈਣ ਦੀ ਆਸ ਹੈ। ਪਰ ਜਿੰਨੀ ਦੇਰ ਤੱਕ ਮੀਂਹ ਪੈਂਦਾ ਨਹੀਂ ਉਨੀ ਦੇਰ ਤੱਕ ਇਸ ਭਵਿੱਖਬਾਣੀ ਦੇ ਉੱਤੇ 100% ਯਕੀਨ ਨਹੀਂ ਕੀਤਾ ਜਾ ਸਕਦਾ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਇਸ ਵਕਤ ਕਿਸਾਨਾਂ ਦੇ ਨਾਲ ਸੰਬੰਧਿਤ, ਕਿਉਂਕਿ ਕਿਸਾਨ ਅੰਦੋਲਨ ਨੂੰ 9 ਮਹੀਨੇ ਪੂਰੇ ਹੋ ਗਏ ਆ। ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ 9 ਮਹੀਨੇ ਪੂਰੇ ਕਰਕੇ ਵੀ ਚੜ੍ਹਦੀ ਕਲਾ ਦੇ ਵਿੱਚ ਹੈ, ਤੰਦਰੁਸਤੀ ਦੇ ਵਿੱਚ ਹੈ, ਜਜ਼ਬੇ ਦੇ ਵਿੱਚ ਹੈ, ਉਤਸ਼ਾਹ ਦੇ ਵਿੱਚ ਹੈ। ਪਰ ਇਸ ਖਬਰ ਦੇ ਵਿਸਥਾਰ ਦੇ ਵੱਲ ਜਾਣ ਤੋਂ ਪਹਿਲਾਂ ਇੱਕ ਹੋਰ ਜਾਣਕਾਰੀ ਅਫਗਾਨਿਸਤਾਨ ਦੇ ਨਾਲ ਸਾਂਝੀ ਕਰਨੀ ਬਣਦੀ ਹੈ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨੀਆਂ ਦਾ ਕਬਜ਼ਾ ਹੋ ਗਿਆ, ਇਹ ਤਾਂ ਆਪਾਂ ਜਾਣਦੇ ਹੀ ਹਾਂ, ਪਰ ਉੱਥੇ ਹਾਲਾਤ ਬਦ ਤੋਂ ਬਦਤਰ ਹੁਣੇ ਹੋਣੇ ਸ਼ੁਰੂ ਹੋ ਚੁੱਕੇ ਆ। ਕਿਉਂਕਿ ਲੰਘੇ ਕੱਲ੍ਹ ਆਥਣ ਦੇ ਵੇਲੇ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਏਅਰਪੋਰਟ ਆ ਜਿਹੜਾ ਕਾਬਲ ਦਾ, ਜਿਹੜਾ ਕਿ ਅਮਰੀਕੀ ਫੌਜ ਦੇ ਅੰਡਰ ਹੈਗਾ, ਉਹਨਾਂ ਦੇ ਕਬਜ਼ੇ ਦੇ ਵਿੱਚ ਹੈ। ਬਾਕੀ ਸਾਰੇ ਏਅਰਪੋਰਟਾਂ ਦੇ ਉੱਤੇ ਤਾਂ ਤਾਲਿਬਾਨੀਆਂ ਨੇ ਕਬਜ਼ਾ ਕਰ ਲਿਆ। ਇੱਕ ਕਾਬਲ ਦਾ ਏਅਰਪੋਰਟ ਹੀ ਹੈ ਜਿੱਥੇ ਕਿ ਇਸ ਵਕਤ ਅਮਰੀਕੀ ਫੌਜ ਦਾ ਅਧਿਕਾਰ ਹੈ, ਅਮਰੀਕੀ ਫੌਜ ਦਾ ਕਬਜ਼ਾ ਕਹਿ ਸਕਦੇ ਉਹਨਾਂ ਦੇ ਅੰਡਰ ਹੈਗਾ। ਪਰ ਇਸ ਏਅਰਪੋਰਟ ਦੇ ਉੱਤੇ ਬਾਹਰਲੇ ਪਾਸੇ ਇਸ ਏਅਰਪੋਰਟ ਦੇ ਸਾਹਮਣੇ ਜਿਹੜਾ ਉਹ 2 ਹਮਲੇ ਹੋਏ ਆ, ਬਹੁਤ ਧਮਾਕੇ ਹੋਏ ਆ ਵੱਡੇ ਉੱਥੇ, ਜਿਹਦੇ ਵਿੱਚ 40 ਦੇ ਕਰੀਬ ਲੋਕਾਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ। ਅਮਰੀਕੀ ਮੀਡੀਆ ਏਜੰਸੀਆਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ 200 ਦੇ ਕਰੀਬ ਲੋਕ ਇੱਥੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। 40 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। 2 ਫਿਦਾਈਨ ਹਮਲੇ ਹੋਏ ਆ ਇਸ ਏਅਰਪੋਰਟ ਦੇ ਸਾਹਮਣੇ ਵਾਲੇ ਪਾਸੇ, ਬਾਹਰਲੇ ਪਾਸੇ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਦੁਖਦਾਈ ਗੱਲ ਹੈ। ਆਮ ਲੋਕਾਂ ਦਾ ਕੋਈ ਕਸੂਰ ਨਹੀਂ ਗਾ ਜਿਹੜੇ ਕਿ ਇਸ ਵਕਤ ਮੌਤ ਦੀ ਬੁੱਕਲ ਦੇ ਵਿੱਚ ਜਾ ਰਹੇ ਆ। ਤੇ ਇੱਕ ਹੋਰ ਜਾਣਕਾਰੀ ਜਿਹੜੀ ਬਣਦੀ ਆ ਵੀ ਉੱਥੇ ਹਾਲਾਤ ਕੀ ਬਣੇ ਆ। ਹਾਲੇ ਕੋਈ ਬਹੁਤੇ ਦਿਨ ਨਹੀਂ ਹੋਇਆ ਵੀ ਜਾਂ 4 ਮਹੀਨੇ ਜਾਂ 6 ਮਹੀਨੇ ਹੋ ਗਏ ਹੋਣ, ਹਾਲੇ ਤਾਂ 2 ਹਫ਼ਤੇ ਪੂਰੇ ਨਹੀਂ ਹੋਏ ਤਾਲਿਬਾਨ ਨੇ ਜਦੋਂ ਕਬਜ਼ਾ ਕੀਤਾ ਅਫਗਾਨਿਸਤਾਨ ਦੇ ਉੱਤੇ। ਤੇ ਕਾਬਲ ਦੇ ਏਅਰਪੋਰਟ ਦੇ ਬਾਹਰ 2.5 ਲੱਖ ਦੇ ਕਰੀਬ ਲੋਕ ਖੜੇ ਆ ਜਿਹੜੇ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਣ ਦੇ ਚਾਹਵਾਨ ਆ, ਜਿਹੜੇ ਅਫਗਾਨਿਸਤਾਨ ਛੱਡਣਾ ਚਾਹੁੰਦੇ ਆ। ਏਅਰਪੋਰਟ ਦੇ ਅੰਦਰ 50,000 ਦੇ ਕਰੀਬ ਲੋਕ ਆ ਜਿਹੜੇ ਕਿ ਇਹ ਚਾਹੁੰਦੇ ਵੀ ਜਹਾਜ਼ ਦੇ ਵਿੱਚ ਇੱਕ ਵਾਰ ਅਸੀਂ ਵੜ ਜਾਈਏ, ਕਿਸੇ ਵੀ ਹੋਰ ਪਾਸੇ ਨਿਕਲ ਜਾਈਏ, ਪਰ ਅਫਗਾਨਿਸਤਾਨ ਦੇ ਵਿੱਚੋਂ ਬਚ ਕੇ ਨਿਕਲਣ 'ਚ ਕਾਮਯਾਬ ਹੋ ਜਾਈਏ। ਤੇ ਇੱਕ ਹੋਰ ਬੜੀ ਦੁੱਖ ਦੀ ਗੱਲ ਹੈ ਵੀ ਇੱਥੇ ਹੁਣ ਚੰਮਦੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਦੁਕਾਨਦਾਰਾਂ ਨੇ। ਜਿਹੜੀ ਇੱਥੇ ਅਫਗਾਨਿਸਤਾਨ ਦੀ ਕਰੰਸੀ ਹੈ ਉਹਦੇ ਵਿੱਚ ਹੁਣ ਲੈਣ ਦੇਣ ਬੰਦ ਕਰ ਦਿੱਤਾ ਗਿਆ। ਜੇ ਕੋਈ ਪਾਣੀ ਦੀ ਬੋਤਲ ਲੈਂਦਾ, ਕੋਈ ਖਾਣ ਪੀਣ ਦਾ ਸਮਾਨ ਖਰੀਦਣਾ ਚਾਹੁੰਦਾ, ਕੋਈ ਚੌਲਾਂ ਦੀ ਪਲੇਟ ਲੈਣੀ ਚਾਹੁੰਦਾ, ਉਹਨੂੰ ਇਹ ਗੱਲ ਕਹੀ ਜਾਂਦੀ ਹੈ ਜੀ ਕਿ ਅਮਰੀਕੀ ਡਾਲਰਾਂ ਦੇ ਵਿੱਚ ਭੁਗਤਾਨ ਕਰੋ। 30 ਅਮਰੀਕੀ ਡਾਲਰ ਦੀ ਇੱਕ ਪਾਣੀ ਦੀ ਬੋਤਲ ਦਿੱਤੀ ਜਾ ਰਹੀ ਹੈ, ਯਾਨੀ ਕਿ ਲਗਭਗ 3000 ਰੁਪਏ ਦੀ। 100 ਡਾਲਰ ਦੀ ਇੱਕ ਚੌਲਾਂ ਦੀ ਪਲੇਟ ਦਿੱਤੀ ਜਾ ਰਹੀ ਹੈ, ਯਾਨੀ ਕਿ ਲਗਭਗ 7500 ਰੁਪਏ ਦੀ। ਇਹ ਉੱਥੋਂ ਦੇ ਹਾਲਾਤ ਬਣੇ ਹੋਏ ਆ। ਇਸ ਹਾਲਾਤ ਦੇ ਵਿੱਚ ਲੋਕ ਉੱਥੇ ਬਚਣਗੇ ਕਿਵੇਂ? ਇਸ ਹਾਲਾਤ ਦੇ ਵਿੱਚ ਲੋਕ ਉੱਥੇ ਚੀਜ਼ਾਂ ਖਰੀਦਣਗੇ ਕਿਵੇਂ? ਭੁੱਖਮਰੀ ਦੇ ਵਿੱਚੋਂ ਲੋਕ ਕਿਵੇਂ ਬਚ ਸਕਣਗੇ? ਇਹ ਇੱਕ ਬਹੁਤ ਵੱਡਾ ਸਵਾਲ ਹੈਗਾ। ਤਾਲਿਬਾਨੀਆਂ ਦੇ ਵੱਲੋਂ ਉੱਥੇ ਅੱਤ ਕੀਤੀ ਜਾ ਰਹੀ ਹੈ, ਅੱਤ ਦੀ ਕਰੂਰਤਾ ਦਿਖਾਈ ਜਾ ਰਹੀ ਹੈ। ਔਰਤਾਂ ਦੇ ਨਾਲ, ਮਰੀਆਂ ਦੇ ਨਾਲ ਵੀ ਇੱਜ਼ਤਾਂ ਲੁੱਟੀਆਂ ਜਾ ਰਹੀਆਂ, ਜਬਰ ਜਨਾਹ ਕੀਤੇ ਜਾ ਰਹੇ ਆ। ਉੱਥੇ ਬਹੁਤ ਕੁਝ ਅਨੈਤਿਕ ਹੋਣਾ ਸ਼ੁਰੂ ਹੋ ਚੁੱਕਿਆ। ਤੇ ਮੈਂ ਕੱਲ੍ਹ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਤਾਲਿਬਾਨ ਦੇ ਬੁਲਾਰੇ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਹੈ ਕਿ ਔਰਤਾਂ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲਣ, ਔਰਤਾਂ ਪੜ੍ਹਾਈ ਲਿਖਾਈ ਦੇ ਲਈ ਕੁੜੀਆਂ ਚਿੜੀਆਂ, ਔਰਤਾਂ ਨੌਕਰੀ ਦੇ ਲਈ ਜਾਣਾ ਬੰਦ ਕਰ ਦੇਣ, ਸੜਕਾਂ ਦੇ ਉੱਤੇ ਬਿਲਕੁਲ ਨਾ ਆਉਣ, ਕਿਉਂਕਿ ਸਾਡੇ ਲੜਾਕੇ ਜਿਹੜੇ ਉਹਨਾਂ ਨੂੰ ਔਰਤਾਂ ਦੇ ਨਾਲ ਵਿਚਰਨ ਦਾ ਢੰਗ ਨਹੀਂ, ਉਹ ਔਰਤਾਂ ਦੀ ਇੱਜ਼ਤ ਕਰਨੀ ਨਹੀਂ ਜਾਣਦੇ। ਮਤਲਬ ਇਹ ਆ ਵੀ ਉਹ ਇਕੱਲਾ ਜਬਰ ਜਨਾਹ ਕਰਨਾ ਹੀ ਜਾਣਦੇ ਆ, ਔਰਤਾਂ ਨੂੰ ਸਿਰਫ ਤੇ ਸਿਰਫ ਲੁੱਟਣਾ ਹੀ ਜਾਣਦੇ ਆ। ਉਹਨਾਂ ਦੀ ਇੱਜ਼ਤ ਜਿਹੜੀ ਆ ਉਹ ਲੁੱਟਣੀ ਜਾਣਦੇ ਆ। ਇਸ ਤੋਂ ਇਲਾਵਾ ਉਹਨਾਂ ਨੂੰ ਸ਼ਾਇਦ ਕੁਝ ਹੋਰ ਨਹੀਂ ਆਉਂਦਾ। ਸੋ ਅਫਗਾਨਿਸਤਾਨ ਦੇ ਵਿੱਚ ਸਭ ਕੁਝ ਠੀਕ ਨਹੀਂ। ਇਹਦੇ ਬਾਬਤ ਆਉਂਦੇ ਸਮੇਂ ਦੇ ਵਿੱਚ ਪਤਾ ਨਹੀਂ ਹੋਰ ਕਿਹੋ ਜਿਹੀਆਂ ਖਬਰਾਂ ਆਉਣੀਆਂ। ਜਿਹੜੀ ਪਹਿਲੀ ਵੱਡੀ ਖਬਰ ਹੈ, ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਸੀ, ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਨਾਲ ਸੰਬੰਧਿਤ 9 ਮਹੀਨੇ ਪੂਰੇ ਹੋਣ ਦੇ ਬਾਵਜੂਦ ਜਿਸ ਤਰੀਕੇ ਦਾ ਜਜ਼ਬਾ ਪੇਸ਼ ਕੀਤਾ ਜਾ ਰਿਹਾ ਬਾਰਡਰਾਂ 'ਤੇ ਬੈਠੇ ਕਿਸਾਨਾਂ ਵੱਲੋਂ, ਉਹ ਸੱਚੀ ਮੁੱਚੀ ਭਾਵੁਕ ਕਰ ਜਾਂਦਾ। 26 ਨਵੰਬਰ ਦਾ ਉਹ ਦਿਨ ਜਦੋਂ ਬੈਰੀਕੇਡ ਤੋੜ ਕੇ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਤੇ ਪਹੁੰਚੇ। ਤੇ ਕੱਲ੍ਹ ਸੀ 26 ਅਗਸਤ, ਯਾਨੀ ਕਿ 9 ਮਹੀਨੇ ਪੂਰੇ ਹੋ ਗਏ ਆ। ਪੰਜਾਬ ਦੇ ਵਿੱਚ ਉਸ ਤੋਂ ਵੀ ਕਈ ਮਹੀਨੇ ਪਹਿਲਾਂ ਅੰਦੋਲਨ ਚੱਲਦਾ ਰਿਹਾ, ਯਾਨੀ ਕਿ ਲਗਭਗ ਪੰਜਾਬ ਦੇ ਕਿਸਾਨਾਂ ਨੂੰ ਤਾਂ 1 ਸਾਲ ਹੋ ਗਿਆ ਸੰਘਰਸ਼ ਦੇ ਰਾਹ ਦੇ ਉੱਤੇ ਪਿਆ। ਪਰ ਕੇਂਦਰ ਦੀ ਸਰਕਾਰ ਦੀ ਢੀਠਤਾਈ ਇਸ ਕਦਰ ਹੈ, ਉਹਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ। ਪਰ ਲੰਘੇ ਕੱਲ੍ਹ ਕਿਸਾਨਾਂ ਨੇ ਬਹੁਤ ਵੱਡਾ ਇਕੱਠ ਕੀਤਾ ਵੱਖ-ਵੱਖ ਬਾਰਡਰਾਂ ਦੇ ਉੱਤੇ।
ਉਹਨਾਂ ਨੇ ਇਸ ਗੱਲ ਦਾ ਅਹਿਦ ਕੀਤਾ ਕਿ 2024 ਤੱਕ ਵੀ ਬੇਸ਼ੱਕ ਸਾਨੂੰ ਇੱਥੇ ਬਹਿਣਾ ਪੈ ਜੇ, ਪਰ ਅਸੀਂ ਬੀਜੇਪੀ ਦੀਆਂ ਚੂੜਾਂ ਹਿਲਾ ਕੇ ਫੇਰ ਵਾਪਸ ਮੁੜਾਂਗੇ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਅਸੀਂ ਬੀਜੇਪੀ ਨੂੰ ਭੁਆਂਟਣੀ ਦਿੱਤੀ ਹੈ, ਉਵੇਂ ਉੱਤਰਾਖੰਡ, ਯੂਪੀ ਤੇ ਪੰਜਾਬ ਦੇ ਵਿੱਚ ਵੀ ਦੇਵਾਂਗੇ। ਹਾਲਾਂਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਬਹੁਤਾ ਕੋਈ ਐਡਾ ਖਾਤਾ ਹੈ ਨਹੀਂਗਾ ਵੀ ਇਹਨਾਂ ਨੂੰ ਹਰਾਉਣ ਦੀ ਬੜੀ ਲੋੜ ਪੈਣੀ ਆ, ਕਿਉਂਕਿ ਮੈਨੂੰ ਤਾਂ ਨਿੱਜੀ ਤੌਰ 'ਤੇ ਜਾਪਦਾ ਵੀ 117 ਬੰਦੇ ਲੱਭਣਗੇ ਕਿਵੇਂ, ਸਵਾਲ ਤਾਂ ਇਹ ਪੈਦਾ ਹੁੰਦਾ ਬੀਜੇਪੀ ਦੇ ਲਈ। ਪਰ ਕਿਸਾਨਾਂ ਨੇ ਕੱਲ੍ਹ ਇਹ ਗੱਲ ਕਹੀ ਹੈ ਵੀ ਅਸੀਂ ਪਿੱਛੇ ਹਟਣ ਵਾਲਿਆਂ ਦੇ ਵਿੱਚੋਂ ਨਹੀਂ ਆ। ਕਿਸਾਨ ਮਜ਼ਦੂਰ ਏਕਤਾ ਦੀਆਂ ਬਹੁਤ ਵੱਡੀਆਂ ਕੱਲ੍ਹ ਗੱਲਾਂ ਹੋਈਆਂ। ਕਿਸਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਹੋਰ ਪਹੁੰਚਣੇ ਸ਼ੁਰੂ ਹੋ ਗਏ ਆ, ਅਤੇ ਪੰਜਾਬ ਦੇ ਵਿੱਚ ਗੰਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਣ ਤੋਂ ਬਾਅਦ 360 ਰੁਪਏ ਕੁਇੰਟਲ ਕੈਪਟਨ ਅਮਰਿੰਦਰ ਸਿੰਘ ਨੇ ਮੂੰਹੋਂ ਅਖਵਾਉਣ ਤੋਂ ਬਾਅਦ ਕਿਸਾਨ ਇੱਕਦਮ ਵਹੀਰਾਂ ਕੱਤ ਕੇ ਤੇ ਦਿੱਲੀ ਦੇ ਬਾਰਡਰਾਂ ਦੇ ਵੱਲ ਪਹੁੰਚ ਚੁੱਕੇ ਆ। ਅਤੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਪੰਜਾਬ ਦੇ ਵਿੱਚ ਅਸੀਂ ਸੈਮੀਫਾਈਨਲ ਜਿੱਤਿਆ, ਦਿੱਲੀ ਦੇ ਵਿੱਚ ਅਸੀਂ ਫਾਈਨਲ ਮੁਕਾਬਲਾ ਜਿੱਤ ਕੇ ਤੇ ਫੇਰ ਘਰਾਂ ਨੂੰ ਮੁੜਾਂਗੇ। ਬੇਸ਼ੱਕ ਜਿੰਨਾ ਚਿਰ ਮਰਜ਼ੀ ਬਹਿਣਾ ਪੈ ਜੇ, ਪਰ ਮੇਰੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆ, ਬਹੁਤ ਸਾਰੇ ਵਲਵਲੇ ਆ, ਕਿਉਂਕਿ ਇਹਨਾਂ ਕਿਸਾਨਾਂ ਨੇ ਪੋਹ ਮਾਘ ਦੀਆਂ ਰਾਤਾਂ ਵੀ ਇਹਨਾਂ ਸੜਕਾਂ 'ਤੇ ਬਿਤਾਈਆਂ, ਇਹਨਾਂ ਨੇ ਮਈ ਜੂਨ ਦੀਆਂ ਰਾਤਾਂ ਵੀ ਇਹਨਾਂ ਸੜਕਾਂ 'ਤੇ ਬਿਤਾਈਆਂ, ਇਹਨਾਂ ਨੇ ਝੱਖੜ ਝੁੱਲਾ ਮੀਂਹ ਹਨੇਰੀ ਵੀ ਆਪਣੇ ਪਿੰਡੇ ਦੇ ਉੱਤੇ ਇੱਥੇ ਚੱਲਿਆ, ਇਹਨਾਂ ਨੇ ਖਾਣ ਪੀਣ ਦੇ ਸਮਾਨ ਦੇ ਵਿੱਚ ਵੀ ਕਈ ਵਾਰ ਕਮੀਆਂ ਪੇਸ਼ੀਆਂ ਆਈਆਂ, ਇਹਨਾਂ ਦੇ ਉੱਤੇ ਹਮਲੇ ਵੀ ਇੱਥੇ ਬੈਠਿਆਂ 'ਤੇ ਹੋਏ, ਇਹਨਾਂ ਨੂੰ ਅੱਤਵਾਦੀ, ਮਾਓਵਾਦੀ, ਖਾਲਿਸਤਾਨੀ ਵੀ ਇੱਥੇ ਬੈਠਿਆਂ ਨੂੰ ਕਿਹਾ ਗਿਆ, ਇਹਨਾਂ ਦੇ ਮੂਹਰੇ ਕਿੱਲਾਂ ਵੀ ਵਿਛਾਈਆਂ ਗਈਆਂ, ਇਹਨਾਂ ਦੇ ਉੱਤੇ ਹਮਲੇ ਕਰਵਾਏ ਵੀ ਗਏ, ਅਤੇ ਹਰ ਰੋਜ਼ ਇਹਨਾਂ ਨੂੰ ਬਦਨਾਮ ਵੀ ਕੀਤਾ ਜਾ ਰਿਹਾ। ਪਰ ਇਹ ਡਟੇ ਹੋਏ ਆ। ਇਹ ਉਹ ਲੋਕ ਆ ਜਿਹੜੇ ਕਿ ਮਾਵਾਂ ਦੇ ਦੁੱਧ ਦਾ ਅਸਲ ਕਰਜ਼ ਮੋੜ ਰਹੇ ਆ। ਇਹ ਉਹ ਲੋਕ ਆ ਜਿਹੜੇ ਕਿ ਮਿੱਟੀ ਦੇ ਜਾਏ ਆ, ਅਤੇ ਇਹਨਾਂ ਨੂੰ ਪਤਾ ਮਿੱਟੀ ਦੇ ਵਿੱਚ ਅਸੀਂ ਮਿਲ ਜਾਣਾ, ਪਰ ਉਸ ਤੋਂ ਪਹਿਲਾਂ ਜਿਉਂਦੇ ਜਾਗਦੇ ਆਪਦੀ ਮਿੱਟੀ ਦੀ ਰਾਖੀ ਕਰੀਏ। ਇਹ ਉਹ ਲੋਕ ਆ ਜਿਹੜੇ ਕਿ ਹਕੂਮਤ ਦੀ ਧੌਣ ਦੇ ਵਿੱਚੋਂ ਕੀਲਾ ਕੱਢਣ ਦੇ ਲਈ ਦਿਨ ਰਾਤ ਇੱਕ ਕਰ ਰਹੇ ਆ। ਇਹ ਜਿੱਤ ਕੇ ਮੁੜਨਗੇ। ਵੱਡੀ ਗਿਣਤੀ ਦੇ ਵਿੱਚ ਲੋਕ ਦੁਨੀਆ ਭਰ ਦੇ ਵਿੱਚ ਵਸਦੇ ਇਸ ਗੱਲ ਦੀ ਕਾਮਨਾ ਕਰਦੇ ਆ, ਇਸ ਗੱਲ ਦੀ ਇੱਛਾ ਪਾਲ ਕੇ ਰੱਖਦੇ ਆ। ਪਰ ਜਿਹੜੇ ਲੋਕ ਘਰ ਬੈਠੇ ਚਮਤਕਾਰ ਪੇਸ਼ ਕਰਦੇ ਆ, ਇਹਨਾਂ ਨੇ ਕੁਛ ਨਹੀਂ ਕਰਨਾ, ਇਹਨਾਂ ਦਾ ਕੁਝ ਨਹੀਂ ਬਣਨਾ, ਉਹਨਾਂ ਦੇ ਪਿੰਡ ਪੱਲੇ ਕੁਝ ਨਹੀਂ, ਉਹ ਇਕੱਲੀ ਸੋਸ਼ਲ ਮੀਡੀਆ ਦੇ ਉੱਤੇ ਇਨਕਲਾਬ ਲਿਆਉਣਾ ਜਾਣਦੇ ਆ। ਇੱਕ ਟਿੱਪਣੀ ਕਰਦੇ ਕਿਸੇ ਦੇ ਬਾਰੇ ਸੜੀ ਜੀ, ਅਤੇ ਬਾਅਦ ਦੇ ਵਿੱਚ ਉਹ ਕਹਿਣਗੇ ਵੀ ਆਪਣਾ ਤਾਂ ਯੋਗਦਾਨ ਸਮਾਜ ਦੇ ਵਿੱਚ ਬਸ ਇੰਨਾ ਹੀ ਆ। ਉਹ ਝੋਲੀ ਚੱਕ ਲੋਕ ਆ, ਉਹ ਕਿਸੇ ਵੀ ਪਾਰਟੀ ਦੇ ਹੋ ਸਕਦੇ ਆ, ਪਰ ਨਿਰਪੱਖਤਾ ਬੰਦੇ ਦੀ ਜ਼ਿੰਦਗੀ ਦਾ ਹਾਸਲ ਹੋਣਾ ਚਾਹੀਦਾ। ਬੰਦੇ ਨੂੰ ਇਹ ਸੋਚਣਾ ਚਾਹੀਦਾ ਕਿ ਇਹ ਮੇਰਾ ਆਖਰੀ ਸਾਹ, ਅਤੇ ਮੈਂ ਇਸ ਸਾਹ ਦੇ ਲੈਣ ਤੋਂ ਪਹਿਲਾਂ ਵੀ ਇੱਕ ਕੋਈ ਚੰਗਾ ਕੰਮ ਕਰਕੇ ਜਾਵਾਂ, ਜਿਹੜਾ ਕਿ ਇਸ ਵਕਤ ਸੰਘਰਸ਼ੀਲ ਲੋਕ ਕਰ ਰਹੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਲੰਘੇ ਕੱਲ੍ਹ ਅਸ਼ਵਨੀ ਸ਼ਰਮਾ ਜਿਹੜੇ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਆ, ਉਹਨਾਂ ਨੇ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੀ ਸਰਕਾਰ ਦੇ ਬਾਬਤ ਕੀ ਆਖਿਆ, ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਲੰਘੇ ਕੱਲ੍ਹ ਲੁਧਿਆਣੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਮੁੱਦਿਆਂ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ ਮੰਤਰੀ ਸੱਤਾ ਦਾ ਸੁੱਖ ਭੋਗਣ ਤੋਂ ਬਾਅਦ ਹੁਣ ਬਗਾਵਤਾਂ ਕਰ ਰਹੇ ਨੇ ਅਤੇ ਕੈਪਟਨ ਨੂੰ ਗਲਤ ਆਖ ਰਹੇ ਨੇ। ਸਿੱਧੂ ਖੁਦ ਮੰਤਰੀ ਰਹੇ, ਉਦੋਂ ਉਹਨਾਂ ਨੇ ਪੰਜਾਬ ਲਈ ਕੀ ਕੀਤਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿਸਾਨ ਜੋ ਵਿਰੋਧ ਕਰ ਰਹੇ ਨੇ ਉਹਨਾਂ ਦਾ ਅਧਿਕਾਰ ਹੈ, ਪਰ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਹੀ ਬਣੇਗੀ। ਉਹਨਾਂ ਨੇ ਕਿਹਾ ਕਿ ਅਸੀਂ ਨਸ਼ੇ ਦੇ ਵਿਰੁੱਧ ਪੰਜਾਬ ਦੇ ਵਿੱਚ ਮੁਹਿੰਮ ਚਲਾਵਾਂਗੇ। ਉਹਨਾਂ ਕਿਹਾ ਕਿ ਗੰਨਾ ਕਿਸਾਨਾਂ ਦਾ ਧਰਨਾ ਕਾਂਗਰਸ ਦੇ ਵੱਲੋਂ ਪਲਾਨ ਕੀਤਾ ਗਿਆ ਸੀ, ਉਹਨਾਂ ਨੇ ਸਿਰਫ ਇਹ ਡਰਾਮਾ ਰਚਿਆ। ਉਹਨਾਂ ਕਿਹਾ ਕਿ ਪੰਜਾਬ ਭਾਜਪਾ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੁੰਦੀ ਹੈ, ਪਰ ਕਿਸਾਨਾਂ ਦੇ ਨਾਂ ਦੇ ਉੱਤੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਆਪਣਾ ਦਾਅ ਖੇਡ ਰਹੀਆਂ ਨੇ। ਅਸ਼ਵਨੀ ਸ਼ਰਮਾ ਨੇ ਭਾਜਪਾ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆਗੂਆਂ ਦੇ ਉੱਤੇ ਵੀ ਟਿੱਪਣੀ ਕੀਤੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਪੂਰੀ ਰਾਤ ਕਿਸਾਨਾਂ ਨੇ ਅਸ਼ਵਨੀ ਸ਼ਰਮਾ ਨੂੰ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਡੱਕ ਕੇ ਰੱਖਿਆ, ਅਤੇ ਉਹ ਲੰਘੇ ਕੱਲ੍ਹ ਸਵੇਰ ਦੇ ਵੇਲੇ ਹੀ ਇੱਥੋਂ ਨਿਕਲ ਕੇ ਲੁਧਿਆਣੇ ਵੱਲ ਗਏ ਸਨ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਸ਼ਵਨੀ ਸ਼ਰਮਾ ਹੋਰੀ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੀ ਸਰਕਾਰ ਨੇ, ਕਾਂਗਰਸ ਦੀ ਜਿਹੜੀ ਸਰਕਾਰ ਹੈ, ਇਹਨੇ ਇੱਕ ਡਰਾਮਾ ਰਚਿਆ, ਪਰ ਬੀਜੇਪੀ ਇਹ ਡਰਾਮਾ ਵੀ ਨਹੀਂ ਰਚ ਰਹੀ। ਜੇਕਰ ਅਸੀਂ ਇਹਨੂੰ ਡਰਾਮਾ ਹੀ ਮੰਨ ਲਈਏ ਵੀ ਚਲੋ ਕਿਸਾਨੀ ਮੰਗ ਤਾਂ ਮੰਨੇਗੀ, ਤੁਸੀਂ ਡਰਾਮਾ ਹੀ ਰਚ ਲਓ, ਤੁਸੀਂ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੇ ਨਾਲ ਡਰਾਮਾ ਕਰੋ, ਤੁਸੀਂ ਉਹਨਾਂ ਦੀਆਂ ਮੰਗਾਂ ਮੰਨ ਲਓ, ਤਿੰਨੇ ਖੇਤੀ ਕਾਨੂੰਨਾਂ ਉੱਤੇ ਕਾਂਟਾ ਫੇਰ ਦਿਓ, MSP ਦੀ ਲਿਖਤੀ ਤੌਰ 'ਤੇ ਗਰੰਟੀ ਦੇ ਦਿਓ, ਕਿਸਾਨ ਘਰਾਂ ਨੂੰ ਆ ਜਾਣਗੇ, ਤੁਸੀਂ ਜਿੱਤ ਗਏ। ਅਸੀਂ ਇਹ ਗੱਲ ਕਹਾਂਗੇ, ਕਿਸਾਨ ਆਪੇ ਮੰਨ ਲੈਣਗੇ ਅਸੀਂ ਹਾਰ ਗਏ, ਪਰ ਤੁਸੀਂ ਮਸਲਾ ਤਾਂ ਹੱਲ ਕਰੋ। ਦਰਅਸਲ ਗੱਲ ਇਹ ਹੈ ਕਿ ਬੀਜੇਪੀ ਦੇ ਨੇਤਾ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਤੋਂ ਭੱਜਦੇ ਆ। ਜਦੋਂ ਹੁਣ ਪੂਰੀ ਰਾਤ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਪ੍ਰਧਾਨ ਸਾਹਿਬ ਰਹੇ, ਤਾਂ ਸਵੇਰ ਦੇ ਵੇਲੇ ਜਦੋਂ ਬਾਹਰ ਨਿਕਲਣ ਲੱਗੇ ਤਾਂ ਕਿਸਾਨਾਂ ਨੇ ਕਿਹਾ ਕਿ ਪ੍ਰਧਾਨ ਸਾਹਿਬ ਆ ਜਾਓ, ਹੁਣ ਗੱਲ ਕਰੀਏ, ਜਾਂ ਤਾਂ ਤੁਸੀਂ ਸਾਨੂੰ ਸਮਝਾ ਜਾਓ ਵੀ ਕਾਨੂੰਨ ਚੰਗੇ ਕਿਵੇਂ, ਜਾਂ ਅਸੀਂ ਤੁਹਾਨੂੰ ਦੱਸ ਦਿੰਦੇ ਕਾਨੂੰਨ ਕਾਲੇ ਕਿਵੇਂ ਆ। ਤੁਸੀਂ ਨਿੱਤ ਕਹਿ ਦਿੰਦੇ ਜੀ ਕਿਸਾਨ ਤਾਂ ਬਿਠਾਏ ਗਏ ਹਨ, ਇਹ ਤਾਂ ਵਿਰੋਧੀ ਪਾਰਟੀਆਂ ਦੇ ਹਨ, ਇਹ ਤਾਂ ਇਹ ਹਨ ਉਹ ਹਨ, ਆ ਜਾਓ ਬੈਠ ਕੇ ਗੱਲ ਕਰਦੇ ਹਾਂ। ਤਾਂ ਪ੍ਰਧਾਨ ਸਾਹਿਬ ਨੇ ਕਿਹਾ ਜੀ ਕਿ ਮੇਰਾ ਸ਼ਡਿਊਲ ਬਹੁਤ ਬਿਜ਼ੀ ਹੈ, ਮੈਂ ਤਾਂ ਹੁਣ ਚੱਲਿਆ। ਉਹ ਬੈਠੇ ਨਹੀਂ, ਗੱਲ ਨਹੀਂ ਕੀਤੀ। ਪਰ ਮੈਂ ਕਦੇ ਕਦੇ ਹੈਰਾਨ ਹੁੰਦਾ ਇਸ ਗੱਲ ਦੇ ਉੱਤੇ, ਬੀਜੇਪੀ ਦੇ ਨੇਤਾ ਪਹਿਲਾਂ ਇਹ ਗੱਲ ਕਹਿੰਦੇ ਰਹੇ ਆ ਹੁਣ ਤੋਂ 2 ਹਫ਼ਤੇ ਪਹਿਲਾਂ ਤੱਕ, ਕਿ ਜਿਹੜੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਆ ਇਹ ਹੈਗੇ ਨਕਲੀ,
ਜਿਹੜੇ ਅਸਲੀ ਕਿਸਾਨ ਆ ਉਹ ਤਾਂ ਪਿੰਡਾਂ ਦੇ ਵਿੱਚ ਆਪੋ ਆਪਣਾ ਕੰਮ ਕਰ ਰਹੇ ਆ। ਹੁਣ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਬੀਜੇਪੀ ਦੇ ਨੇਤਾਵਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਤਾਂ ਬੀਜੇਪੀ ਦੇ ਨੇਤਾ ਕਹੀ ਜਾਂਦੇ ਪਿੰਡਾਂ ਦੇ ਵਿੱਚ ਰਹਿੰਦੇ ਕਿਸਾਨ ਨਕਲੀ ਆ ਤੇ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਅਸਲੀ ਆ। ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਅਸਲੀ ਕਿਹਨੂੰ ਮੰਨਣਾ ਤੇ ਅਸੀਂ ਨਕਲੀ ਕਿਹਨੂੰ ਮੰਨਣਾ। ਇਸ ਕਰਕੇ ਜ਼ਰੂਰਤ ਇਸ ਗੱਲ ਦੀ ਹੈ ਕਿ ਅਸਲੀ ਨਕਲੀ ਦੇ ਚੱਕਰ ਦੇ ਵਿੱਚ ਪੈਣ ਦੇ ਨਾਲੋਂ ਉਹਨਾਂ ਜਜ਼ਬੇ ਵਾਲੇ ਕਿਸਾਨਾਂ ਦੀ ਕਦਰ ਕੀਤੀ ਜਾਵੇ। ਪਰ ਇਹ ਵੀ ਪਤਾ ਲੱਗਾ ਕਿ ਬੀਜੇਪੀ ਨੂੰ ਹੁਣ ਝੁਕਣਾ ਪੈਣਾ ਹੀ ਪੈਣਾ। ਬੀਜੇਪੀ ਪੰਜਾਬ ਨੂੰ ਜਿੱਤਣ ਦੇ ਲਈ ਖੁਆਇਸ਼ਾਂ ਪਾਲ ਰਹੀ ਹੈ, ਪਰ ਜਿੱਤੂ ਕਿਵੇਂ, ਕਿਹਦੇ ਨਾਲ ਬਣਦੀ ਹੈ ਤੇ ਜੇਕਰ ਅੱਜ ਵਾਲੇ ਹਾਲਾਤ ਬਰਕਰਾਰ ਰਹਿੰਦੇ ਹੋਰ 4 ਮਹੀਨੇ ਤਾਂ ਬੀਜੇਪੀ ਦੇ ਨਾਲ ਜੁੜੂਗਾ ਕੌਣ। ਜਿਵੇਂ ਕਿ ਦੋਸ਼ ਲੱਗ ਰਹੇ ਆ ਕਿ ਬੀਜੇਪੀ ਆਪ ਫਲਾਣੀ ਪਾਰਟੀ 'ਚ ਆਪਣੇ ਬੰਦੇ ਭੇਜ ਰਹੀ ਹੈ, ਇਹਦੇ ਨਾਲ ਬੀਜੇਪੀ ਦਾ ਆਪਣਾ ਕੀ ਫਾਇਦਾ ਹੋਊਗਾ, ਸਵਾਲ ਤਾਂ ਇਹ ਪੈਦਾ ਹੁੰਦਾ। ਸੋ ਬੀਜੇਪੀ ਕਈ ਸਿੱਖ ਚਿਹਰਿਆਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਬੀਜੇਪੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਟਿੱਲ ਲਾ ਰਹੀ ਹੈ। ਬੀਜੇਪੀ ਦੇ ਨੇਤਾ ਦਾਅਵਾ ਕਰ ਰਹੇ ਜੀ ਕਿ ਅਸੀਂ 100 ਦੇ ਕਰੀਬ ਸੀਟ ਲੈ ਕੇ ਜਾਵਾਂਗੇ, ਪਰ ਪਹਿਲਾਂ 117 ਬੰਦੇ ਲੱਭਣੇ ਚਾਹੀਦੇ ਆ, ਫਿਰ ਉਸ ਤੋਂ ਬਾਅਦ ਆਪਾਂ ਸੀਟਾਂ ਜਿੱਗੇ, ਇਹ ਗੱਲ ਆ। ਪਰ ਇਕੱਲੇ ਸਿੱਖ ਚਿਹਰੇ ਵੀ ਪੱਟ ਕੇ ਨਾਲ ਜੋੜਨ ਦੇ ਨਾਲ ਕੁਝ ਨਹੀਂ ਬਣਨਾ, ਕਿਉਂਕਿ ਇਹ ਸਿੱਖ ਚਿਹਰੇ ਵੀ ਕਿਸਾਨਾਂ ਦੇ ਸੰਘਰਸ਼ ਦੇ ਮੂਹਰੇ ਕੀ ਕਰਨਗੇ, ਕਿਸਾਨਾਂ ਦੇ ਜ਼ੋਰ ਦੇ ਮੂਹਰੇ ਕੀ ਕਰਨਗੇ। ਕਿਉਂਕਿ ਸਮੇਂ ਦੇ ਉੱਤੇ ਬੰਦੇ ਤਾਂ ਕਈ ਸ਼ਾਮਲ ਕੀਤੇ ਬੀਜੇਪੀ ਨੇ, ਪਰ ਜਿੰਨਾ ਚਿਰ ਮਸਲਾ ਓਡੇ ਦਾ ਓਡਾ ਉਨੀ ਦੇਰ ਤੱਕ ਕਿਸੇ ਨੂੰ ਸ਼ਾਮਲ ਕਰੋ ਤੇ ਕਿਸੇ ਨੂੰ ਨਾ ਕਰੋ ਕੋਈ ਫਰਕ ਨਹੀਂ ਜੇ ਪੈਣ ਲੱਗਾ। ਸੋ ਬੀਜੇਪੀ ਨੂੰ ਇਸ ਵਕਤ ਧਰਾਤਲੀ ਸਥਿਤੀ ਵੇਖਣੀ ਚਾਹੀਦੀ ਹੈ। ਇਹ ਜਿਹੜੇ ਆਲੇ ਦੁਆਲੇ ਇੱਕ ਚੁੰਗਲ ਜਿਹਾ ਬਣਾਇਆ ਹੋਇਆ, ਇੱਕ ਜਾਲ ਜਿਹਾ ਬਣਿਆ ਹੋਇਆ, ਇਹਦੇ ਵਿੱਚੋਂ ਬਾਹਰ ਨਿਕਲ ਕੇ ਕਿਸਾਨੀ ਮਸਲੇ ਹੱਲ ਕਰਨੇ ਚਾਹੀਦੇ ਆ। ਕੇਂਦਰ ਦੀ ਸਰਕਾਰ ਦੇ ਉੱਤੇ ਹਰ ਸੂਬੇ ਦੀਆਂ ਨਾਰਾਜ਼ਗੀਆਂ ਬਹੁਤ ਸਾਰੀਆਂ, ਪਰ ਜਿੱਥੇ ਜਿੱਥੇ ਖੇਤੀ ਵੱਧ ਹੁੰਦੀ ਹੈ ਉੱਥੋਂ ਦੇ ਕਿਸਾਨ ਤੇ ਮਜ਼ਦੂਰ ਖਾਸੇ ਨਾਰਾਜ਼ ਤੇ ਨਿਰਾਸ਼ ਆ। ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ। ਪੰਜਾਬ ਦੇ ਵਿੱਚ ਮੈਨੂੰ ਇਉਂ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ ਜੇਕਰ ਕੋਈ ਇਹ ਗੱਲ ਪੁੱਛੂਗਾ ਕਿਸੇ ਨੂੰ ਕਿ ਬਾਈ ਤੂੰ ਕਿਹੜੀ ਪਾਰਟੀ ਨਾਲ ਸੰਬੰਧਤ ਆ, ਤੇ ਜੇਕਰ ਉਹਨੇ ਮੂਹਰਲੇ ਨੇ ਕਹਿਤਾ ਜੀ ਕਿ ਮੈਂ ਤਾਂ ਕਾਂਗਰਸ ਨਾਲ ਜੁੜਿਆ ਹੋਇਆ, ਤਾਂ ਸਵਾਲ ਕਰਤਾ ਇਹ ਗੱਲ ਜ਼ਰੂਰ ਕਿਹਾ ਕਰੂਗਾ ਕਿਹੜੀ ਕਾਂਗਰਸ, ਸਿੱਧੂ ਵਾਲੀ ਕਿ ਕੈਪਟਨ ਵਾਲੀ। ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸਾਂ 2 ਆ ਇਸ ਵੇਲੇ, ਕਿਉਂਕਿ ਇੱਕ ਕਾਂਗਰਸ ਤਾਂ ਰਹੀ ਨਹੀਂ, ਅੱਧੇ ਕਿ ਇੱਧਰ ਆ ਅੱਧੇ ਕਿ ਇੱਧਰ ਆ। ਕੱਲ੍ਹ ਤੱਕ ਇਉਂ ਪ੍ਰਤੀਤ ਹੁੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਖੇਮਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨੁੱਕਰੇ ਲਾ ਦੂ, ਪਰ ਕੈਪਟਨ ਅਮਰਿੰਦਰ ਸਿੰਘ ਦੇ ਬਾਬਤ ਪਿਛਲੇ ਦਿਨੀ ਮਨਦੀਪ ਸਿੰਘ ਮੰਨਾ ਦੇ ਵੱਲੋਂ ਕੀਤੀ ਗਈ ਭਵਿੱਖਬਾਣੀ ਬਿਲਕੁਲ ਸਹੀ ਸਾਬਤ ਹੋ ਰਹੀ ਹੈ ਹਾਲ ਦੀ ਘੜੀ। ਕੱਲ੍ਹ ਨੂੰ ਕੋਈ ਚਮਤਕਾਰ ਹੋ ਜਾਏ ਕੁਝ ਕਹਿ ਨਹੀਂ ਸਕਦੇ। ਅਸੀਂ ਮੰਨਾ ਹੋਰਾਂ ਦੇ ਨਾਲ ਇੰਟਰਵਿਊ ਕੀਤੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਵੱਡੇ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਇਹ ਸਿਆਸਤ ਦੀਆਂ ਯੂਨੀਵਰਸਿਟੀਆਂ, ਇਹਨਾਂ ਨੂੰ ਇੰਨੀ ਛੇਤੀ ਹਿਲਾਉਣਾ ਸੌਖਾ ਨਹੀਂ। ਤੇ ਹੁਣ ਇਉਂ ਹੀ ਪ੍ਰਤੀਤ ਹੁੰਦਾ ਵੀ ਜਦੋਂ ਰਾਣਾ ਸੋਢੀ ਦੇ ਘਰ ਦੇ ਵਿੱਚ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਸ਼ਕਤੀ ਪ੍ਰਦਰਸ਼ਨ ਕਰਤਾ, ਜਿਹਦੇ ਵਿੱਚ 50 ਤੋਂ ਵੱਧ ਵਿਧਾਇਕ ਸ਼ਾਮਲ ਹੋਏ ਆ, ਜਿਹਦੇ ਵਿੱਚ 8 ਜਿਹੜੇ ਆ ਉਹ ਸੰਸਦ ਮੈਂਬਰ ਆਏ ਆ, ਜਿਹਦੇ ਵਿੱਚ 30 ਹਾਰੇ ਹੋਏ ਲੋਕ ਆ ਜਿਹੜੇ ਉਹ ਵੀ ਸ਼ਾਮਲ ਹੋਏ ਆ। ਮਤਲਬ ਸ਼ਕਤੀ ਪ੍ਰਦਰਸ਼ਨ ਉਹਨਾਂ ਨੇ ਕੀਤਾ। ਦੂਜੀ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਦਾ ਧੜਾ ਜਿਹੜਾ ਹਾਲ ਦੀ ਘੜੀ ਇਕੱਲਿਆਂ ਜਿਹਾ ਪੈ ਗਿਆ ਜਾਪਦਾ, ਕਿਉਂਕਿ ਪਹਿਲਾਂ ਇਹ ਪ੍ਰਤੀਤ ਹੁੰਦਾ ਸੀ ਕਿ ਹਰੀਸ਼ ਰਾਵਤ ਹੋਰਾਂ ਤੱਕ ਜਿਹੜੀ ਉਹਨਾਂ ਨੇ ਸ਼ਿਕਾਇਤ ਪਹੁੰਚਾਈ ਹੈ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਕਾਰਵਾਈ ਹੋਊ। ਪਰ ਹਰੀਸ਼ ਰਾਵਤ ਹੋਰੀ ਤਾਂ ਇਹ ਕਹਿਣ ਲੱਗ ਪਏ ਕਿ ਨਵਜੋਤ ਸਿੰਘ ਸਿੱਧੂ ਦੇ ਆਉਂਦੇ ਸਮੇਂ ਦੇ ਵਿੱਚ ਸਲਾਹਕਾਰ ਹਟਾਉਣ ਬਾਰੇ ਵੀ ਸੋਚਿਆ ਜਾ ਸਕਦਾ। ਉਹ ਇਹ ਵੀ ਗੱਲ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਹੀ ਅਗਲੀਆਂ ਚੋਣਾਂ ਲੜੀਆਂ ਜਾਣਗੀਆਂ। ਮਤਲਬ ਕਹਿਣ ਦਾ ਇਹ ਹੈ ਕਿ ਜਿਹੜੇ ਸਿੱਧੂ ਖੇਮੇ ਨਾਲ ਜੁੜੇ ਹੋਏ ਨੇਤਾ, ਉਹਨਾਂ ਦੇ ਲਈ ਆਉਂਦੇ ਸਮੇਂ ਦੇ ਵਿੱਚ ਸੰਕਟ ਹੋਰ ਵਧਣ ਦੀ ਸੰਭਾਵਨਾ। ਇਹ ਵੈਸੇ ਤਾਂ ਆਉਣ ਵਾਲਾ ਵਕਤ ਦੱਸੂਗਾ, ਆਉਂਦੇ 3-4 ਮਹੀਨਿਆਂ ਦੇ ਵਿੱਚ ਗੱਲਾਂ ਕਈ ਕਲੀਅਰ ਹੋਣਗੀਆਂ ਵੀ ਕਿਹਦੀ ਪੇਸ਼ ਵੱਧ ਚੱਲਦੀ ਹੈ ਕਿਹਦੀ ਘੱਟ ਚੱਲਦੀ ਹੈ। ਪਰ ਹਾਲ ਦੀ ਘੜੀ ਤਕੜੀ ਝੋਲ ਜਾ ਮਾਰ ਗਈ ਆ। ਹਾਲ ਦੀ ਘੜੀ ਇਉਂ ਲੱਗਦਾ ਵੀ ਕੈਪਟਨ ਖੇਮਾ ਭਾਰੂ ਪੈ ਗਿਆ, ਤੇ ਜਿਵੇਂ ਸ਼ਕਤੀ ਪ੍ਰਦਰਸ਼ਨ ਹੋ ਰਹੇ ਆ ਉਹਦੇ ਤੋਂ ਬਾਅਦ ਸਿੱਧੂ ਧੜਾ ਜਿਹੜਾ ਉਹ ਥੋੜ੍ਹਾ ਜਿਹਾ ਠਠੰਬਰ ਜੇ ਗਿਆ ਹੁੰਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਮੁੱਖ ਮੰਤਰੀ ਦੀ ਕੁਰਸੀ ਨੂੰ ਚੁਣੌਤੀ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਹਿਲੀ ਵਾਰ ਸ਼ਕਤੀ ਪ੍ਰਦਰਸ਼ਨ ਕੀਤਾ। ਮਾਝਾ ਖੇਤਰ ਦੇ 3 ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤ ਦੀ ਅਗਵਾਈ ਕੀਤੀ ਸੀ। ਇਸ ਤੋਂ ਬਾਅਦ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਅਮਰਿੰਦਰ ਸਿੰਘ ਦਾ ਸਿਆਸੀ ਡਿਨਰ ਰੱਖਿਆ ਗਿਆ। ਵਿਧਾਇਕਾਂ ਨੂੰ ਇਹ ਵੀ ਸੁਨੇਹਾ ਦਿੱਤਾ ਗਿਆ ਸੀ ਕਿ ਕੈਪਟਨ ਇਹਦੇ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਡਿਨਰ ਦੇ ਵਿੱਚ 58 ਵਿਧਾਇਕਾਂ ਤੇ 8 ਸੰਸਦ ਮੈਂਬਰਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ। ਇਹੀ ਨਹੀਂ, ਤਕਰੀਬਨ 30 ਨੇਤਾ ਉਹ ਵੀ ਸ਼ਾਮਲ ਹੋਏ ਜਿਹੜੇ ਪਿਛਲੀ ਵਾਰ ਵਿਧਾਨ ਸਭਾ ਚੋਣਾਂ ਹਾਰ ਗਏ ਸਨ। 10 ਦੇ ਕਰੀਬ ਉਹ ਵਿਧਾਇਕ ਵੀ ਸ਼ਾਮਲ ਹੋਏ ਜੋ ਬਗਾਵਤ ਕਰਨ ਵਾਲਿਆਂ ਦੇ ਧੜੇ ਦੇ ਨਾਲ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ। ਜ਼ਾਹਰ ਤੌਰ ਦੇ ਉੱਤੇ ਕੈਪਟਨ ਖੇਮੇ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਕੁਰਸੀ ਸਿਰਫ ਹਾਈ ਕਮਾਨ ਦੀ ਸਪੋਰਟ ਦੇ ਨਾਲ ਨਹੀਂ, ਸਗੋਂ ਬਹੁਮਤ ਦੇ ਲਿਹਾਜ਼ ਦੇ ਨਾਲ ਵੀ ਪੂਰੀ ਤਰ੍ਹਾਂ ਸੇਫ ਹੈ। ਕਾਂਗਰਸ ਹਾਈ ਕਮਾਨ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਅਗਵਾਈ ਦੇ ਐਲਾਨ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੂੰ ਅਮਰਿੰਦਰ ਸਿੰਘ ਨੇ ਵੀ ਸੁਨੇਹਾ ਦੇ ਦਿੱਤਾ ਹੈ ਕਿ ਬੇਸ਼ੱਕ ਉਹ ਪਾਰਟੀ ਪ੍ਰਧਾਨ ਬਣ ਗਏ ਹੋਣ, ਪਰ ਪੰਜਾਬ ਦੇ ਵਿੱਚ ਕਾਂਗਰਸ ਦੇ ਕੈਪਟਨ ਉਹੀ ਨੇ। ਖਾਸ ਗੱਲ ਇਹ ਵੀ ਹੈ ਕਿ ਰਾਣਾ ਸੋਢੀ ਦੇ
ਜਿਸ ਚੰਡੀਗੜ੍ਹ ਸਥਿਤ ਘਰ ਦੇ ਵਿੱਚ ਡਿਨਰ ਰੱਖਿਆ ਗਿਆ, ਮੰਤਰੀ ਰਹਿੰਦੇ ਹੋਏ ਨਵਜੋਤ ਸਿੱਧੂ ਇੱਥੇ ਹੀ ਰਿਹਾ ਕਰਦੇ ਸਨ। ਕੈਪਟਨ ਦੀ ਕੁਰਸੀ ਨੂੰ ਚੁਣੌਤੀ ਦੇਣ ਵਾਲਾ ਬਾਗੀ ਧੜਾ ਹੁਣ ਕਾਂਗਰਸ ਦੇ ਅੰਦਰ ਅਲੱਗ-ਥਲੱਗ ਜਿਹਾ ਪੈ ਗਿਆ। ਮੁੱਖ ਮੰਤਰੀ ਚਿਹਰਾ ਬਦਲਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਤੋਂ ਜੋਸ਼ ਦੇ ਵਿੱਚ ਦੇਹਰਾਦੂਨ ਪਹੁੰਚੇ ਮੰਤਰੀਆਂ ਨੂੰ ਕਾਂਗਰਸ ਦੇ ਪੰਜਾਬ ਦੇ ਮਾਮਲਿਆਂ ਦੀ ਇੰਚਾਰਜ ਹਰੀਸ਼ ਰਾਵਤ ਨੇ ਬਰੰਗ ਮੋੜ ਦਿੱਤਾ। ਫਿਰ ਇਹ ਵੀ ਸੁਨੇਹਾ ਦੇ ਦਿੱਤਾ ਗਿਆ ਕਿ ਨਵਜੋਤ ਸਿੱਧੂ ਪਾਰਟੀ ਪ੍ਰਧਾਨ ਜ਼ਰੂਰ ਨੇ, ਪਰ ਕਾਂਗਰਸ ਦੇ ਵਿੱਚ ਉਹਨਾਂ ਦੀ ਮਨਮਾਨੀ ਨਹੀਂ ਚੱਲੇਗੀ। ਸਾਫ਼ ਹੈ ਕਿ ਜਿਹੜੇ ਮੰਤਰੀਆਂ ਨੇ ਬਗਾਵਤ ਕੀਤੀ ਸੀ, ਹੁਣ ਉਹਨਾਂ ਦੇ ਨਾਲ ਗਿਣੇ ਚੁਣੇ ਵਿਧਾਇਕ ਰਹਿ ਗਏ ਨੇ। ਮਾਝੇ ਦੇ ਤਿੰਨੇ ਮੰਤਰੀ ਬਾਜਵਾ, ਰੰਧਾਵਾ ਤੇ ਸਰਕਾਰੀਆ ਕੈਬਨਿਟ ਮੀਟਿੰਗ ਦੇ ਵਿੱਚ ਵੀ ਨਹੀਂ ਆਏ, ਪਰ ਸਿੱਧਾ ਸੰਕੇਤ ਉਹਨਾਂ ਨੂੰ ਮਿਲ ਗਿਆ ਕਿ ਅਮਰਿੰਦਰ ਸਿੰਘ ਦੀ ਕਪਤਾਨੀ ਦੇ ਵਿੱਚ ਹੀ ਕੰਮ ਕਰਨਾ ਪਵੇਗਾ। ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਵਿਰੋਧ ਕਰਨ ਵਾਲਿਆਂ ਦੀ ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ ਹੈ। ਇਹ ਵੀ ਸਾਫ਼ ਹੋ ਗਿਆ ਕਿ ਪੰਜਾਬ ਦੇ ਵਿੱਚ ਕੈਪਟਨ ਹੀ ਕਾਂਗਰਸ ਨੂੰ ਸੱਤਾ ਵਿੱਚ ਲਿਆ ਸਕਦੇ ਨੇ। ਉਹਨਾਂ ਕਿਹਾ ਕਿ ਬਗਾਵਤ ਕਰਨ ਵਾਲਿਆਂ ਨੇ ਆਪਣਾ ਮੂੰਹ ਕੌੜਾ ਕਰ ਲਿਆ ਤੇ ਬਾਗੀ ਧੜੇ ਦੇ ਵਿੱਚੋਂ ਆਏ ਹੋਏ ਵਿਧਾਇਕਾਂ ਨੇ ਵੀ ਇਹ ਗੱਲ ਕਹੀ ਕਿ ਉਹ ਮੀਟਿੰਗ ਦੇ ਵਿੱਚ ਜ਼ਰੂਰ ਗਏ ਸਨ, ਪਰ ਕੈਪਟਨ ਨੂੰ ਹਟਾਉਣ ਦੀ ਮੰਗ ਦੇ ਨਾਲ ਉਹ ਬਿਲਕੁਲ ਵੀ ਸਹਿਮਤ ਨਹੀਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਨਵਜੋਤ ਸਿੰਘ ਸਿੱਧੂ ਦੇ ਢਿੱਡ ਨੂੰ ਇਸ ਗੱਲ ਦੀ ਆਸ ਸੀ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ 4.5 ਸਾਲ ਦੇ ਵਿੱਚ ਕੰਮ ਨਹੀਂ ਹੋਏ, ਉਸ ਤੋਂ ਬਾਅਦ ਲੋਕਾਂ ਦਾ ਵੀ ਰੋਸ ਆ ਤੇ ਸਾਡੇ ਅੰਦਰ ਵੀ ਰੋਸ ਆ ਤੇ ਹਾਈ ਕਮਾਨ ਹੈ ਜਿਹੜੀ ਉਹ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ ਕਰਕੇ ਕਿਸੇ ਹੋਰ ਚਿਹਰੇ ਨੂੰ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਦਾ ਕਰ ਦੇਵੇ। ਪਰ ਇਦਾਂ ਹਾਲ ਦੀ ਘੜੀ ਹੁੱਦਾ ਪ੍ਰਤੀਤ ਨਹੀਂ ਹੋ ਰਿਹਾ। ਮੈਨੂੰ ਇਉਂ ਜਾਪਦਾ ਵੀ ਜਦੋਂ ਹੁਣ 2, 4, 5 ਦਿਨਾਂ ਬਾਅਦ ਜਾਂ ਹਫ਼ਤੇ ਬਾਅਦ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਦੇ ਵਿੱਚ ਰੱਦੋ ਬਦਲ ਕਰਨਗੇ, ਉਸ ਦਿਨ ਵੱਡਾ ਪਟਾਕਾ ਕਾਂਗਰਸ ਦੇ ਵਿੱਚ ਪੈਣਾ। ਮੈਨੂੰ ਇਉਂ ਲੱਗਦਾ ਕਿ ਉਸ ਦਿਨ ਇੱਕ ਬਹੁਤ ਵੱਡਾ ਕਲੇਸ਼ ਸਾਹਮਣੇ ਆਊਗਾ, ਕਿਉਂਕਿ ਜਿਸ ਤਰੀਕੇ ਦੇ ਅੱਜ ਹਾਲਾਤ ਬਣੇ ਆ ਕੈਪਟਨ ਦੇ ਹੱਕ ਦੇ ਵਿੱਚ, ਹਾਈ ਕਮਾਨ ਵੀ ਉਹਨਾਂ ਦੇ ਹੱਕ ਦੇ ਵਿੱਚ ਹੈ। ਸਿੱਧੂ ਧੜਾ ਜਿਹੜਾ ਉਹ ਥੋੜ੍ਹਾ ਜਿਹਾ ਕਮਜ਼ੋਰ ਪੈ ਗਿਆ ਪ੍ਰਤੀਤ ਹੁੰਦਾ। ਇਸ ਤੋਂ ਬਾਅਦ ਕੁਝ ਕੁ ਮੰਤਰੀਆਂ ਦੀ ਛੁੱਟੀ ਜਿਹੜੇ ਮਾਝੇ ਨਾਲ ਸੰਬੰਧਿਤ ਆ ਉਹ ਸੁਭਾਵਿਕ ਹੈ, ਅਤੇ ਜੇਕਰ ਇਹ ਛੁੱਟੀ ਹੋ ਜਾਂਦੀ ਹੈ ਤਾਂ ਕਲੇਸ਼ ਹੋਰ ਵਧੂਗਾ। ਜੇ ਵਿਭਾਗਾਂ ਦੇ ਵਿੱਚ ਬਦਲੀ ਹੁੰਦੀ ਆ, ਕਲੇਸ਼ ਹੋਰ ਰੂਪ ਦੇ ਵਿੱਚ ਹੋਊਗਾ। ਅਤੇ ਆਉਂਦੇ ਸਮੇਂ ਦੇ ਵਿੱਚ ਜਦੋਂ ਜ਼ਿਲ੍ਹਿਆਂ ਦੀਆਂ ਪ੍ਰਧਾਨਗੀਆਂ, ਬਲਾਕ ਪ੍ਰਧਾਨਗੀਆਂ ਜਾਂ ਹੋਰ ਅਹੁਦੇਦਾਰ ਚੁਣੇ ਜਾਣਗੇ, ਉਦੋਂ ਵੀ ਕਲੇਸ਼ ਦੀਆਂ ਖਬਰਾਂ ਆਉਣ ਦੀ ਸਾਹਮਣੇ ਆਸ ਕੀਤੀ ਜਾ ਰਹੀ ਹੈ। ਪਰ ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਦੇ ਵਿੱਚ ਵੀ ਨਾ ਕਲੇਸ਼ ਹੋਵੇ ਅਤੇ ਪੰਜਾਬ ਦੇ ਲੋਕਾਂ ਦੇ ਮਸਲੇ ਜ਼ਰੂਰ ਹੱਲ ਕੀਤੇ ਜਾਣ। ਇਹ ਕੁਰਸੀਆਂ ਕਰਸੀਆਂ ਦੀ ਲੜਾਈ ਇਹਨਾਂ ਦੀ ਆਪਸੀ ਆ। ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ, ਉਹਨਾਂ ਨੇ ਕੁਰਸੀ ਦੇ ਲਾਲਚ ਨੂੰ ਨਹੀਂ ਪਾਈਆਂ, ਉਹਨਾਂ ਨੇ ਆਪਣੇ ਹਲਕੇ ਦੇ, ਆਪਣੇ ਭਵਿੱਖ ਦੇ ਲਈ ਵੋਟਾਂ ਪਾਈਆਂ, ਜਿਹੜਾ ਕਿ ਇਸ ਵਕਤ ਚਮਕਦਾਰ ਨਹੀਂ ਪ੍ਰਤੀਤ ਹੋ ਰਿਹਾ। ਇਸ ਗੱਲ ਦਾ ਫਿਕਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਰਨਾ ਚਾਹੀਦਾ ਵੀ ਪੰਜਾਬ ਦੇ ਵਿੱਚ ਆਉਂਦੇ ਸਮੇਂ 'ਚ ਰਹੂਗਾ ਕੌਣ। ਤੁਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ, ਮੈਂ ਕਾਬਜ਼ ਹੋਵਾਂ, ਮੈਂ ਕਾਬਜ਼ ਹੋਵਾਂ, ਮੈਂ ਆਹ ਦੇ ਦੂੰ, ਮੈਂ ਉਹ ਦੇ ਦੂੰ, ਮੈਨੂੰ ਵੋਟਾਂ ਪਾਓ, ਮੈਨੂੰ ਵੋਟਾਂ ਪਾਓ। ਜੇ ਪੰਜਾਬ ਦੇ ਵਿੱਚ ਰਿਹਾ ਹੀ ਕੋਈ ਨਾ, ਜੇ ਪੰਜਾਬ ਦੇ ਵਿੱਚ ਬਚੇ ਹੀ ਕੋਈ ਨਾ, ਤਾਂ ਤੁਹਾਨੂੰ ਪੁੱਛਣਾ ਕਿਸੇ ਨੇ ਬੇਰਾਂ ਵੱਟੇ ਵੀ ਨਹੀਂ। ਇਸ ਕਰਕੇ ਬੇਨਤੀ ਇਹ ਹੈ ਕਿ ਉਨੇ ਕੁ ਲੋਕਾਂ ਦੀ ਜ਼ਿੰਦਗੀ ਬਾਰੇ ਤਾਂ ਸੋਚ ਲਓ ਜਿੰਨੇ ਕੁ ਲੋਕਾਂ ਨਾਲ ਤੁਹਾਡੀ ਸਿਆਸਤ ਚੱਲਦੀ ਰਹੇ। ਪੰਜਾਬ ਦਾ ਪਾਣੀ ਹੈ ਜਿਹੜਾ ਉਹ ਤਬਾਹ ਹੋ ਗਿਆ, ਇਹ ਪੀਣ ਯੋਗ ਨਹੀਂ। ਖੁਰਾਕਾਂ ਜਿਹੜੀਆਂ ਉਹ ਕੈਂਸਰ ਵੰਡ ਰਹੀਆਂ। ਪੰਜਾਬ ਦੇ ਵਿੱਚ ਜ਼ਮੀਨਾਂ ਲਗਾਤਾਰ ਸੁੰਗੜ ਰਹੀਆਂ। ਪੰਜਾਬ ਦੀ ਜਵਾਨੀ ਹਰ ਰੋਜ਼ ਬਾਹਰ ਜਾ ਰਹੀ ਹੈ ਅਤੇ ਪੰਜਾਬ ਦੇ ਪੱਲੇ ਕੀ ਰਹੂਗਾ ਆਉਂਦੇ ਸਮੇਂ ਦੇ ਵਿੱਚ, ਸਵਾਲਾਂ ਦਾ ਸਵਾਲ ਇਹ ਹੈ। ਸੋ ਬੇਨਤੀ ਹੈ ਕਿ ਆਪਦੀ ਕੁੱਕੜ ਖੇ ਉਡਾਉਂਦੇ ਪੰਜਾਬ ਦੇ ਬਾਰੇ ਵੀ ਸੋਚਿਆ ਕਰੋ, ਕਿਉਂਕਿ ਪੰਜਾਬ ਦੇ ਲੋਕਾਂ ਦੇ ਕਰਕੇ, ਇਹਨਾਂ ਦੀਆਂ ਵੋਟਾਂ ਦੇ ਕਰਕੇ ਤੁਸੀਂ ਆ, ਤੁਹਾਡੇ ਕਰਕੇ ਜਾਂ ਕਿਸੇ ਵੀ ਪਾਰਟੀ ਦੇ ਨੇਤਾ ਕਰਕੇ ਪੰਜਾਬ ਦੇ ਲੋਕ ਨਹੀਂ ਆ। ਗੁਰਦਾਸ ਮਾਨ ਦੇ ਵੱਲੋਂ ਮਾਫੀ ਮੰਗ ਲਈ ਗਈ ਸੀ। ਬੇਸ਼ੱਕ ਜਿਹੜੀ ਗਲਤੀ ਕੀਤੀ ਗਈ ਹੈ, ਕੁਝ ਲੋਕ ਇਹਨੂੰ ਗਲਤੀ ਕਹਿੰਦੇ ਆ, ਕੁਝ ਲੋਕ ਗੁਨਾਹ ਕਹਿੰਦੇ ਆ, ਕੁਝ ਲੋਕ ਕਹਿੰਦੇ ਆ ਕਿ ਇਹ ਅਣਜਾਣਪੁਣੇ ਦੇ ਵਿੱਚ ਸਭ ਕੁਝ ਹੋ ਗਿਆ। ਪਰ ਗੁਰਦਾਸ ਮਾਨ ਨੇ ਜਿਸ ਤਰੀਕੇ ਨਾਲ ਗੁਰੂ ਅਮਰਦਾਸ ਸਾਹਿਬ ਜਿਹੜੇ ਕਿ ਤੀਜੀ ਪਾਤਸ਼ਾਹੀ ਨੇ, ਉਹਨਾਂ ਦੇ ਅੰਸ਼ ਦੇ ਵਿੱਚੋਂ ਨਕੋਦਰ ਦੇ ਡੇਰੇਦਾਰ ਦੀ ਗੱਲ ਕੀਤੀ ਵੀ ਉਹ ਵੀ ਭੱਲਾ ਪਰਿਵਾਰ ਦੇ ਵਿੱਚੋਂ ਸੀ, ਗੁਰੂ ਸਾਹਿਬ ਵੀ ਭੱਲਾ ਪਰਿਵਾਰ ਦੇ ਵਿੱਚੋਂ ਸੀ, ਪਰ ਮੇਰੇ ਕੋਲੋਂ ਗਲਤੀ ਹੋ ਗਈ। ਉਹਨਾਂ ਨੇ ਕਿਹਾ ਸੀ ਜੀ ਕਿ ਮੈਂ 100 ਵਾਰੀ ਕੰਨ ਫੜਦਾ ਜੇ ਕਿਸੇ ਦੇ ਮਨ ਦੇ ਉੱਤੇ ਸੱਟ ਵੱਜੀ ਹੈ। ਪਰ ਇਸ ਦੇ ਬਾਵਜੂਦ ਸਿੱਖ ਜਥੇਬੰਦੀਆਂ ਨੇ ਪ੍ਰਦਰਸ਼ਨ ਜਾਰੀ ਰੱਖਿਆ, ਨਕੋਦਰ ਦੇ ਥਾਣੇ ਦੇ ਮੂਹਰੇ ਧਰਨਾ ਜਾਰੀ ਰੱਖਿਆ ਅਤੇ ਉਹਨਾਂ ਨੇ ਕਿਹਾ ਸੀ ਜੀ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਕਰੋ ਗੁਰਦਾਸ ਮਾਨ ਦੇ ਉੱਤੇ, ਅਤੇ ਮਜਬੂਰੀ ਦੇ ਵਿੱਚ ਪੁਲਿਸ ਨੂੰ ਉਹ ਪਰਚਾ ਦਰਜ ਕਰਨਾ ਪਿਆ। ਸੋ ਹੁਣ ਉਸ ਤੋਂ ਬਾਅਦ ਖਬਰਾਂ ਬਹੁਤ ਵੱਡੀਆਂ ਹੋ ਗਈਆਂ। ਗੁਰਦਾਸ ਮਾਨ ਉਮਰ ਦੇ ਇਸ ਮੋੜ ਦੇ ਉੱਤੇ ਜਿਹੜੇ ਵਿਵਾਦ ਸਹੇੜ ਬੈਠਾ, ਇਹਦੇ ਬਾਬਤ ਉਹਨੇ ਵੀ ਨਹੀਂ ਕਦੇ ਕਿਆਸ ਕੀਤਾ ਹੋਣਾ ਅਤੇ ਪੰਜਾਬ ਦੇ ਲੋਕਾਂ ਨੇ ਵੀ ਨਹੀਂ, ਜਿਹੜੇ ਕਿ ਹੁਣ ਤੱਕ ਗੁਰਦਾਸ ਮਾਨ ਦੇ ਚੰਗੇ ਗੀਤਾਂ ਦੇ ਪ੍ਰਸ਼ੰਸਕ ਰਹੇ ਆ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਗੁਰਦਾਸ ਮਾਨ ਦੇ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਹੋ ਗਿਆ। ਹਾਲਾਂਕਿ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹ ਪਰਚਾ ਦਰਜ ਨਾ ਕਰਨਾ ਪਵੇ, ਪਰ ਸਿੱਖ ਜਥੇਬੰਦੀਆਂ ਦਾ ਜ਼ੋਰ ਚੱਲਿਆ, ਕਿਉਂਕਿ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਜੇਕਰ ਪਰਚਾ ਦਰਜ ਨਾ ਹੋਇਆ ਤਾਂ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸੰਘਰਸ਼ ਵਿੱਢ ਦਿੱਤਾ ਜਾਵੇਗਾ। ਸੋ ਗੁਰਦਾਸ ਮਾਨ ਦੇ ਵੱਲੋਂ 1 ਮਿੰਟ ਤੇ 14-15 ਸਕਿੰਟ ਦੀ ਮੰਗੀ ਗਈ ਮਾਫੀ ਕੋਈ ਰੰਗ ਨਹੀਂ ਦਿਖਾ ਸਕੀ ਅਤੇ ਉਹਦੇ ਉੱਤੇ ਪਰਚਾ ਦਰਜ ਹੋ ਗਿਆ।
ਹੁਣ ਕਈ ਲੋਕ ਇਸ ਗੱਲ ਦੇ ਪੱਖ ਦੇ ਵਿੱਚ ਨੇ ਕਿ ਗੁਰਦਾਸ ਮਾਨ ਨੇ ਗੱਲ ਇੰਨੀ ਵੱਡੀ ਕੀਤੀ ਤੇ ਕੱਲੀ ਮਾਫੀ ਮੰਗਣ ਨਾਲ ਕੁਝ ਨਹੀਂ ਹੁੰਦਾ, ਪਰ ਕਈ ਲੋਕ ਇਹ ਗੱਲ ਕਹਿੰਦੇ ਨੇ ਕਿ ਮਾਫੀ ਤੋਂ ਵੱਡਾ ਸੰਕਲਪ ਕੋਈ ਨਹੀਂ ਤੇ ਗੁਰਦਾਸ ਮਾਨ ਦੇ ਵੱਲੋਂ ਮੰਗੀ ਗਈ ਮਾਫੀ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਸੀ। ਵਿਚਾਰ ਸਭ ਦੇ ਆਪੋ ਆਪਣੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਗੁਰਦਾਸ ਮਾਨ ਕਿਹੜੇ ਡੇਰੇ ਦੇ ਉੱਤੇ ਜਾਂਦਾ ਕਿਹੜੇ ਤੇ ਨਹੀਂ, ਅਸੀਂ ਇਸ ਪ੍ਰਸੰਗ ਦੇ ਵਿੱਚ ਨਹੀਂ ਪੈਂਦੇ। ਬਹੁਤ ਸਾਰੇ ਲੋਕ ਵੱਖ-ਵੱਖ ਡੇਰਿਆਂ ਦੇ ਉੱਤੇ ਜਾਂਦੇ ਆ, ਕਿਹਦੀ ਬਾਂਹ ਫੜ ਕੇ ਰੋਕੋਗੇ? ਇਹ ਲੋਕਾਂ ਨੂੰ ਆਪ ਚਾਹੀਦਾ ਕਿ ਅਸੀਂ ਗੁਰੂ ਵਾਲੇ ਬਣਨਾ ਕਿ ਅਸੀਂ ਇਹਨਾਂ ਸਾਧਾਂ ਦੇ ਪਿੱਛੇ, ਅਸੀਂ ਇਹਨਾਂ ਡੇਰੇਦਾਰਾਂ ਦੇ ਪਿੱਛੇ ਲੱਗਣਾ। ਪਰ ਲੋਕ ਤਾਂ ਦੋਨੋਂ ਪਾਸੇ ਜਾਂਦੇ ਆ। ਮੈਂ ਕਦੇ ਸੋਚਦਾ ਵੀ ਦੋਗਲੇ ਕਿਰਦਾਰ ਹਰ ਥਾਂ ਦੇ ਉੱਤੇ ਹੀ ਆ, ਉਧਰ ਵੀ ਜਾਂਦੇ ਆ, ਇੱਧਰ ਵੀ ਜਾਂਦੇ ਆ, ਉਧਰ ਵੀ ਤੁਰ ਪੈਂਦੇ ਆ, ਉਧਰ ਵੀ ਤੁਰ ਪੈਂਦੇ ਆ, ਲੋਕਾਂ ਦਾ ਸਟੈਂਡ ਕੋਈ ਨਹੀਂ। ਪਰ ਜਦੋਂ ਗੁਰਦਾਸ ਮਾਨ ਹੋਰੀ ਇਹ ਗੱਲ ਕਹਿੰਦੇ ਵੀ ਪੁੱਤ ਕਿਸੇ ਦਾ ਨਸ਼ੇ ਨਾਲ ਲੱਗ ਗਏ ਸੁਲਫੇ ਸੂਟੇ ਤੇ ਜਾਂਦੇ ਹੋ ਉਸ ਡੇਰੇ ਦੇ ਵਿੱਚ ਜਿੱਥੇ ਸੁਲਫੇ ਸੂਟੇ ਦੀ ਗੱਲ ਚੱਲਦੀ ਹੈ, ਤੇ ਫਿਰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਅਸੀਂ ਇੱਕ ਥਾਂ ਦੇ ਉੱਤੇ ਸਟੈਂਡ ਕਿਉਂ ਨਹੀਂ ਲੈਂਦੇ। ਇੱਕ ਪਾਸੇ ਅਸੀਂ ਇਹ ਗੱਲ ਕਹਿੰਦੇ ਆ ਵੀ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ ਕਿ ਜੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ, ਚੰਗੀ ਜ਼ਿੰਦਗੀ, ਸਾਦੀ ਜ਼ਿੰਦਗੀ, ਲੋਕ ਪੱਖੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ। ਤੇ ਜਿਨ੍ਹਾਂ ਨੂੰ ਹੁਣ ਅਸੀਂ ਮਸਤ ਕਹਿੰਦੇ ਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਸਾਡੇ ਸਾਈਂ ਜੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਵੀ ਅਸੀਂ ਤਾਂ ਸਾਈਆਂ ਦੀ ਕੰਜਰੀ ਆ, ਉਹਨਾਂ ਦੇ ਨਾਲ ਕਿਹੋ ਜਿਹੇ ਵਿਵਹਾਰ ਜੁੜੇ ਤੇ ਕਿਹੋ ਜਿਹੀਆਂ ਗੱਲਾਂ ਜੁੜੀਆਂ, ਇਹਦੇ ਬਾਬਤ ਕਿਸੇ ਨੂੰ ਕੁਝ ਦੱਸਣ ਤੇ ਪੁੱਛਣ ਦੀ ਲੋੜ ਨਹੀਂ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਅਸੀਂ ਆਪਣੇ ਕਿਰਦਾਰ ਚੰਗੇ ਕਰੀਏ, ਅਸੀਂ ਕਿਤੇ ਵੀ ਜਾਂਦੇ ਹੋਈਏ ਨਸ਼ੇ ਤੋਂ ਦੂਰ ਰਹੀਏ, ਅਸੀਂ ਸਿਧਾਂਤਕ ਜ਼ਿੰਦਗੀ ਜਿਉਈਏ। ਇਹ ਨਹੀਂ ਵੀ ਇਧਰਲੇ ਪਾਸੇ ਵੀ ਤੁਰ ਪਏ ਤੇ ਇਧਰਲੇ ਪਾਸੇ ਵੀ ਤੁਰ ਪਏ। ਜ਼ਿੰਦਗੀ ਦੇ ਵਿੱਚ ਕੋਈ ਸਟੈਂਡ ਹੋਣਾ ਚਾਹੀਦਾ, ਥਾਲੀ ਦੇ ਵਿੱਚ ਪਏ ਬੈਂਗਣ ਵਰਗਾ ਨਹੀਂ ਹੋਣਾ ਚਾਹੀਦਾ। ਗੁਰਦਾਸ ਮਾਨ ਹੋਰੀ ਇੱਕ ਪਾਸੇ ਕਹਿੰਦੇ ਆ ਵੀ ਬਾਕੀ ਕੰਮ ਨੇ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ, ਤੇ ਡੇਰੇ ਉਸ ਦੇ ਵਿੱਚ ਜਾਂਦੇ ਜਿੱਥੇ ਕਿ ਸੁਲਫੇ ਸੂਟੇ ਦੀਆਂ ਗੱਲਾਂ ਹੁੰਦੀਆਂ। ਇਹਨਾਂ ਗੱਲਾਂ ਦੇ ਕਰਕੇ ਹੀ ਉਹ ਵਿਵਾਦਾਂ ਦੇ ਵਿੱਚ ਵੱਧ ਰਹਿ ਰਹੇ ਆ। ਸੋ ਇਸ ਕਰਕੇ ਉਹਨਾਂ ਨੂੰ ਇਸ ਵਕਤ ਸੋਚਣਾ ਵਿਚਾਰਨਾ ਬਣਦਾ ਕਿ ਉਮਰ ਦੇ ਇਸ ਮੋੜ ਦੇ ਉੱਤੇ ਮੈਂ ਕਿਹੜੀਆਂ ਭੁੱਲਾਂ ਕੀਤੀਆਂ, ਤੇ ਪਿਛਲੇ 2-3 ਸਾਲਾਂ ਤੋਂ ਉਹ ਲਗਾਤਾਰ ਭੁੱਲਾਂ ਕਰ ਰਹੇ ਆ। ਉਹਨਾਂ ਦੇ ਉੱਤੇ ਦਰਜ ਹੋਇਆ ਕੇਸ ਆਉਂਦੇ ਸਮੇਂ 'ਚ ਕਿਹੜਾ ਮੋੜ ਕੱਟੂ ਕੁਛ ਨਹੀਂ ਕਹਿ ਸਕਦੇ, ਪਰ ਪੰਥਕ ਜਥੇਬੰਦੀਆਂ ਇੱਕ ਵਾਰ ਸੰਤੁਸ਼ਟ ਹੋਈਆਂ ਕਿ ਪਰਚਾ ਦਰਜ ਹੋ ਗਿਆ ਉਹਦੇ ਉੱਤੇ। ਸੋ ਗੁਰਦਾਸ ਮਾਨ ਦੇ ਚੰਗੇ ਗੀਤਾਂ ਨੂੰ ਵੀ ਅਸੀਂ ਇਗਨੋਰ ਨਹੀਂ ਕਰ ਸਕਦੇ। ਉਹਨੇ ਗੀਤ ਚੰਗੇ ਗਾਏ ਆ, ਕੋਈ ਦੋ ਰਾਇਆ ਨਹੀਂ। ਉਹਨੇ ਗੀਤ ਚੰਗੇ ਗਾ ਕੇ ਪੈਸੇ ਕਮਾਏ ਆ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ। ਉਹਨੇ ਪੰਜਾਬੀ ਮਾਂ ਬੋਲੀ ਦੇ ਨਾਲ ਪਹਿਲਾਂ ਧਰੋ ਨਹੀਂ ਕਮਾਇਆ, ਇਹਦੇ ਵਿੱਚ ਵੀ ਕੋਈ ਦੋ ਰਾਇਆ ਨਹੀਂ। ਪਰ ਜਦੋਂ ਪੰਜਾਬੀ ਬੋਲੀ, ਹਿੰਦੀ ਦੀ ਗੱਲ ਕੀਤੀ, ਬੱਤੀ ਦੀ ਗੱਲ ਕੀਤੀ, ਹੁਣ ਤੁਲਨਾ ਕਰ ਦਿੱਤੀ ਗੁਰੂ ਸਾਹਿਬਾਨ ਦੇ ਨਾਲ, ਤਾਂ ਫਿਰ ਉਸ ਤੋਂ ਬਾਅਦ ਜਿਹੜੇ ਵਿਵਾਦ ਪੈਦਾ ਹੋਏ ਆ ਉਹ ਵੀ ਭੁੱਲਣਯੋਗ ਨਹੀਂ। ਜਿੰਨਾ ਪਿਆਰ ਦਿੱਤਾ ਲੋਕਾਂ ਨੇ, ਉਹਨਾਂ ਵਿਰੋਧ ਵੀ ਕਰ ਰਹੇ ਲੋਕ। ਤੇ ਜਦੋਂ ਪਿਆਰ ਮਿਲਦਾ ਉਦੋਂ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਵੀ ਜੇਕਰ ਗਲਤੀ ਹੋ ਗਈ ਕੋਈ ਤਾਂ ਫਿਰ ਵਿਰੋਧ ਵੀ ਉਹਨਾਂ ਹੋਊਗਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੋਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।